रजब भट्ट ਤੁਹਾਨੂੰ ਕਿਉਂ ਨਹੀਂ ਪਸੰਦ ਆ? ਵਜ੍ਹਾ ਉਹ ਯਾਰ ਮੇਰੀ ਗੱਲ ਸੁਣੋ, ਇਹ ਤੁਸੀਂ ਜਾਣ ਕੇ ਦੂਸਰੇ ਲੋਕਾਂ ਦੀ ਤਰ੍ਹਾਂ ਰਜਬ ਭੱਟ ਨਹੀਂ, ਮੇਰਾ ਮਤਲਬ ਇਹ ਹੈ ਕਿ ਰਜਬ ਭੱਟ ਤੁਹਾਨੂੰ ਕਿਉਂ ਨਹੀਂ ਪਸੰਦ ਆ? ਸਰ ਮੈਨੂੰ ਤੁਹਾਨੂੰ ਇਮਰਾਨ ਖਾਨ ਪਸੰਦ ਹੈ, ਉਹ ਰਜਬ ਭੱਟ ਪਸੰਦ ਨਹੀਂ ਆ। ਇਹ ਦੇਖੋ ਨਾ ਕਿੱਡੇ ਗਲਤ ਬੰਦੇ ਹੋ ਤੁਸੀਂ। ਇਮਰਾਨ ਖਾਨ ਆਵਣ ਤਾਂ ਕਿ ਮੈਂ ਇਮਰਾਨ ਦੀ ਤਾਰੀਫ ਕਰਾਂ ਤੇ ਲੋਕ ਮੈਨੂੰ ਸੋਚਣ ਸਾਲ ਚ ਉਹਨੂੰ 17 ਲੱਖ ਰੁਪਇਆ ਆਇਆ ਤੁਹਾਨੂੰ। ਮਿਰਜ਼ਾ ਸਾਹਿਬ ਤੁਸੀਂ ਕਿੱਥੇ ਬੈਠੇ ਹੋ? ਲੱਕੀ ਜਾਣੀ ਨੂੰ 17 ਲੱਖ ਰੁਪਇਆ ਆਇਆ 1 ਸਾਲ ਦੇ ਵਿੱਚ। ਯਾਰ ਤੇ ਤੁਹਾਨੂੰ ਮੈਨੂੰ ਕਿੰਨੇ ਦੇ ਜਾਣਾ ਚਾਹੀਦਾ? ਮੈਨੂੰ ਕਿੰਨੇ ਦੇ ਰਿਹਾ? 1.25 ਲੱਖ ਰੁਪਇਆ। ਮੈਂ ਤੁਹਾਨੂੰ ਕਹ ਰਿਹਾ, ਇਹ ਤੇ ਤੁਹਾਨੂੰ ਹਫਤੇ ਜਾਣਾ ਚਾਹੀਦਾ 17-18 ਲੱਖ ਰੁਪਇਆ। ਤੁਹਾਨੂੰ ਸਾਲ ਚ ਆਇਆ ਤੇ ਮੈਨੂੰ 1.25 ਲੱਖ ਰੁਪਇਆ ਦੇ ਰਿਹਾ। ਮੈਂ ਕੀ ਕਰਦਾ? ਤੁਸੀਂ ਮੇਰੇ ਦੋਸਤ ਵੀ ਹੋ, ਮੇਰੇ ਭਰਾ ਵੀ ਹੋ, ਠੀਕ ਹੈ, ਤੁਹਾਡੇ ਨਾਲ ਮੇਰੀ ਇੱਕ ਮੁਹੱਬਤ ਵੀ ਹੈ, ਔਰ ਤੁਹਾਡੀ ਐਸੀ ਵੀ ਮੁਹੱਬਤ ਹੈ ਜਿਹਦੇ ਲਈ ਤੁਸੀਂ ਬੜੀ ਸ਼ਾਇਰੀ ਕਰਦੇ ਰਹੇ ਹੋ। ਅਸੀਂ ਉਹ ਸ਼ਾਇਰੀ ਵਾਲੀ ਮੁਹੱਬਤ ਨਹੀਂ ਹੈ। ਤੁਸੀਂ ਮੈਨੂੰ ਕੜਵਾਣਾ ਵੇ। ਤੁਹਾਡੀ ਪੜ੍ਹਾਈ ਨੇ ਦੇਖਿਆ ਤਾਂ ਮੈਨੂੰ ਘਰੋਂ ਕੱਢਣਾ। ਮੈਂ ਤੁਹਾਨੂੰ ਦੱਸਣਾ, ਤੁਸੀਂ ਬੜੀ ਸ਼ਾਇਰੀ ਵੀ ਕਰਦੇ ਰਹੇ ਹੋ, ਤੁਸੀਂ ਫਿਲਮਾਂ ਵੀ ਲਿਖੀਆਂ ਨੇ, ਤੁਸੀਂ ਡਰਾਮੇ ਵੀ ਲਿਖੇ ਨੇ। ਫਿਲਮਾਂ ਲਿਖੀਆਂ ਨਹੀਂ, ਫਿਲਮਾਂ ਅਸੀਂ ਆਪ ਬਣੇ ਆ। ਫਿਲਮਾਂ ਬਣੇ ਹੋ, ਔਰ ਤੁਸੀਂ ਅੰਦਰੂਨ ਸ਼ਹਿਰ ਦੇ ਆਪਣਾ ਇੱਕ ਕਰਤਾ ਦਰਤਾ ਵੀ ਰਹਿ ਚੁੱਕੇ ਹੋ। ਮਤਲਬ ਤੇ ਸੇਲਮੈਨਿੰਗ ਦਾ ਕੰਮ ਕਰਦੇ ਰਹੇ ਹੋ ਅੱਗੇ ਪਿੱਛੇ ਓਕੇ। ਤੇ ਮਕਸਦ ਸਾਡਾ ਤੁਹਾਡੇ ਨਾਲ ਗੱਲ ਕਰਨ ਦਾ ਇਹ ਹੈ ਕਿ ਭੱਟ ਸਾਹਿਬ ਤੁਸੀਂ ਇਸ ਟਾਈਮ ਸ਼ਾਹਪੁਰ ਕਾਂਜਰਾ ਤੋਂ ਮੇਰੇ ਖਿਆਲ ਨਾਲ ਜਿੰਨੀ ਕੁ ਮਾਰਕੀਟਿੰਗ ਤੁਸੀਂ ਕੀਤੀ ਨਾ ਉਹਨਾਂ ਦੀ, ਅਗਰ ਉਹ ਕਰੋੜਾਂ ਰੁਪਏ ਵੀ ਲਾਉਂਦੇ ਇੰਨੀ ਮਾਰਕੀਟਿੰਗ ਨਹੀਂ ਕਰ ਸਕਦੇ ਸਨ, ਇੰਨੇ ਜਾਨਵਰ ਨਹੀਂ ਵੇਚ ਸਕਦੇ ਸਨ ਜਿੰਨੇ ਤੁਸੀਂ ਉਹਨਾਂ ਦੇ ਜਾਨਵਰ ਵੇਚੇ ਨੇ। ਉਹਦੇ ਵਿੱਚੋਂ ਤੁਹਾਨੂੰ ਕੀ ਲੱਭਿਆ? ਯਾਰ ਇਹ ਨਾ ਸਵਾਲ ਮੇਰੇ ਕੋਲ ਬੜੇ ਲੋਕੀ ਪੁੱਛਦੇ ਵੇਲੇ। ਅੱਛਾ। ਕਿ ਭੱਟ ਨੇ ਨਾ ਐਤਕੀ ਈਦ ਉਲ ਜ਼ੁਹਾ ਦੇ ਜਿਹੜੀਆਂ ਵੀਡੀਓ ਕੀਤੀਆਂ ਨੇ ਨਾ, ਸ਼ਾਹਪੁਰ ਕਾਂਜਰਾ ਮਨਾਵਾਂ ਤੇ ਸਗੀਆਂ, ਭੱਟ ਨੇ ਨਾ ਪੈਸੇ ਸਮੇਟੇ ਨੇ। ਅੱਛਾ। ਹਾਲਾਂਕਿ ਪੈਸੇ ਆਏ ਨੇ ਮੈਨੂੰ, ਅੱਛਾ, ਲੇਕਿਨ ਮੈਂ ਇੱਜ਼ਤ ਬੜੀ ਸਮੇਟੀ। ਇੱਜ਼ਤ ਕਿੰਨੀ ਕੁ ਸਮੇਟੀ? ਮੇਰੇ ਅੱਲਾ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਹੈ ਕਿ ਹੁਣ ਅਗਲੀ ਈਦ ਨੂੰ ਨਾ, ਬਕਰਾ ਈਦ ਨੂੰ, ਅਗਰ ਮੇਰਾ ਅੱਲਾ ਮੈਨੂੰ ਜ਼ਿੰਦਗੀ ਦੇਵੇ ਤੇ ਮੇਰੇ ਨਾਲ ਕੈਟਲ ਫਾਰਮਾਂ ਦੇ ਨਾਲ ਕੰਟਰੈਕਟ ਹੋ ਗਏ ਨੇ। ਮੇਰਾ ਮਤਲਬ ਹੈ ਕਿ ਅਗਲੀ ਬਕਰਾ ਈਦ ਤੇ ਤੁਸੀਂ ਆਪਣੇ ਜਾਨਵਰ ਖਰੀਦ ਕੇ ਵੀ ਕੋਈ ਇਰਾਦਾ ਰੱਖਦੇ ਹੋ? ਮੈਨੂੰ ਹੁਣ ਤੋਂ ਹੀ ਆਫਰ ਆਣੀ ਸ਼ੁਰੂ ਹੋ ਗਈਆਂ। ਅੱਛਾ। ਇਹ ਜਿਨ੍ਹਾਂ ਨੇ ਜਾਨਵਰ ਪਾਲੇ ਨੇ, ਅੱਛਾ, ਉਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੇਰੇ ਨਾਲ 4-5 ਜਿਨ੍ਹਾਂ ਨੇ ਰਾਬਤਾ ਕੀਤਾ ਹੈ। ਮੇਰਾ ਫੋਨ ਲੋਕਾਂ ਕੋਲ ਲਿੱਤਾ ਹੈ, ਬਲਕਿ ਮੇਰਾ ਨੰਬਰ ਰਹਿ ਗਿਆ, ਤੁਹਾਡਾ ਨੰਬਰ ਤੇ ਮਾਸ਼ਾਅੱਲਾ ਮਿਲ ਹੀ ਜਾਂਦਾ। ਭਾਂਜਾਰੀ ਗੱਲ ਹੈ, ਭਾਂ ਨਾਲ ਸਾਡਾ ਕੰਮ ਨਾਮੀ ਗ੍ਰਾਮੀ ਆਦਮੀ ਹੋ ਤੁਸੀਂ, ਕੋਈ ਨਾਮ ਤੋਂ ਲੁਕੇ ਛੁਪੇ ਥੋੜੀ ਹੋ। ਤੁਹਾਨੂੰ ਪਤਾ ਕਿ ਅੰਦਰੂਨ ਲਾਹੌਰ ਦੇ 3 ਹੀ ਬੱਟ ਮਸ਼ਹੂਰ ਹੋਏ ਨੇ ਜਿੰਨਾ ਜੁੱਤੀਜੇ ਤੁਸੀਂ ਹੋ। ਯਾਰ ਦੇਖੋ ਤੁਹਾਡੀ ਮਿਹਰਬਾਨੀ। ਨਹੀਂ, ਮੇਰਾ ਮਤਲਬ ਇਹ ਹੈ ਕਿ ਰਜਬ ਭੱਟ ਹੋ ਗਿਆ। ਨਹੀਂ ਯਾਰ ਹੈ ਤਾਂ ਸਾਡਾ ਭਰਾ ਹੀ ਹੈ ਨਾ। ਸਾਡਾ ਮਕਸਦ ਇਹ ਹੈ ਅਸੀਂ ਲੋਕੀ ਦੂਸਰੇ ਪਾਸੇ ਲੈ ਜਾਣਗੇ ਗੱਲ ਨੂੰ, ਅਸੀਂ ਉਧਰ ਨਹੀਂ ਲੈ ਗਏ। ਅਸੀਂ YouTube ਜ਼ੁਹੈਬ ਭੱਟ ਹੋ ਗਿਆ। ਰਜਬ ਭੱਟ ਦਾ ਜ਼ਿਕਰ ਨਾ ਕਰੋ। ਜ਼ੁਹੈਬ ਭੱਟ ਹੋ ਗਿਆ। ਜ਼ੁਹੈਬ ਭੱਟ ਸਾਹਿਬ ਤਾਂ ਮੇਰੇ ਭਰਾ ਨੇ, ਮੇਰੇ ਰਜਬ ਭੱਟ ਦੇ ਨਾਲ ਵੀ ਕੋਈ ਮੁਖਾਲਫਤ ਨਹੀਂ। ਹਾਂ, ਇਰਤਜ਼ਾ ਭੱਟ ਹੋ ਗਿਆ। ਇਰਤਜ਼ਾ ਭੱਟ ਆਪਣੀ ਜਾਨ ਹੈ। ਠੀਕ ਹੈ। ਉਹਨਾਂ ਤੋਂ ਬਾਅਦ ਜਿਹੜੇ ਤੁਸੀਂ ਮਸ਼ਹੂਰ ਹੋ, ਬਲਕਿ ਤੁਸੀਂ ਮਾਸ਼ਾਅੱਲਾ ਤੁਹਾਡਾ ਇੱਕ ਬੜਾ ਲੈਵਲ ਹੈ, ਇੱਜ਼ਤ ਤੁਹਾਨੂੰ ਬੜੀ ਕਾਫੀ ਜ਼ਿਆਦਾ ਮਿਲ ਗਈ। ਉਸ ਅੱਲਾ ਦੀ ਇੱਜ਼ਤ ਨਾਲ ਚੁੱਲ੍ਹਾ ਨਹੀਂ ਬਲਦਾ, ਚੁੱਲ੍ਹਾ ਪੈਸੇ ਨਾਲ ਬਲਦਾ। ਆਏ ਨੇ ਪੈਸੇ। ਹੁਣ ਅਗਰ ਤੁਸੀਂ ਇਹ ਮੁੱਦੇ ਤੇ ਆਉਣਾ ਚਾਹੁੰਦੇ ਹੋ ਕਿ ਭੱਟ ਦੱਸੇ ਆਪਣੇ ਮੂੰਹੋਂ ਕਿ ਕਿੰਨੇ ਪੈਸੇ ਆਏ ਨੇ, ਹਾਂ, ਤੇ ਮੈਨੂੰ ਦੱਸਣ ਦਾ ਕੋਈ ਇਤਰਾਜ਼ ਨਹੀਂ ਹੈ। ਅੱਛਾ। ਅਲਹਮਦੁਲਿਲਾ ਅਲਹਮਦੁਲਿਲਾ। ਅੱਜ ਕੱਲ੍ਹ ਨਾ ਉਹਨਾਂ ਨੇ ਪ੍ਰੋਪਰਟੀ ਟੈਕਸ ਵੀ ਲਾਤਾ ਜੇ ਤੇ ਇਨਕਮ ਟੈਕਸ ਵੀ ਲਾਤਾ ਜੇ। ਦੱਸੋ ਯਾਰ ਮੈਨੂੰ ਮੇਰੇ ਅੱਲਾ ਦਾ ਕਰਮ ਹੈ। ਮੈਂ ਐਸੇ ਈਦ ਉਲ ਅਜ਼ਹਾ ਤੇ ਬਕਰਾ ਈਦ ਤੇ ਮੈਂ 33 ਦਿਨ ਕੰਮ ਕੀਤਾ ਹੈ। 33 ਦਿਨ ਕੰਮ ਕੀਤਾ। 33 ਦਿਨ ਕੰਮ ਕੀਤਾ। ਔਰ ਅਲਹਮਦੁਲਿਲਾ ਮੇਰੇ ਅੱਲਾ ਦਾ ਇੰਨਾ ਕਰਮ ਹੈ, ਇੰਨਾ ਸ਼ੁਕਰ ਹੈ ਖੁਦਾ ਦਾ ਕਿ ਮੈਂ ਅਸਲੇ ਨਾ ਕੋਈ 5 ਪੇਟੀਆਂ ਚੁੱਕੀਆਂ ਨੇ। ਅੱਲਾ ਪਾਕ ਹੋਰ ਦੇਵੇ। ਔਰ 5 ਲੱਖ ਰੁਪਇਆ ਮੈਂ ਚੁੱਕਿਆ ਇਸ ਮਹੀਨੇ 'ਚ। ਨਹੀਂ, ਅਸੀਂ ਪੇਟੀਆਂ ਤੇ ਸਮਝ ਗਏ ਹਾਂ, ਅਸੀਂ ਬੰਬਈ ਨੂੰ ਸਮਝ ਗਏ। ਜਿਹਨੂੰ ਨਹੀਂ ਪਤਾ ਅੰਬ ਦੀ ਪੇਟੀਆਂ ਨਾ ਕਹਿ ਦੇਵੇ। ਤੁਹਾਡੇ ਵੱਢ ਰਹੇ ਆਲੂ ਭੜ ਦੀ ਪੇਟੀਆਂ ਚੁੱਕ ਲਈਆਂ। ਅੱਛਾ, ਮੈਨੂੰ ਤੁਸੀਂ ਇੱਕ ਹੋਰ ਚੀਜ਼ ਦੱਸਣੀ ਕਿ ਇਸ ਟਾਈਮ ਤੁਸੀਂ ਕਿੰਨੇ ਨਿਊਜ਼ ਚੈਨਲਾਂ ਦੇ ਨਾਲ ਕੰਮ ਕਰ ਰਹੇ ਹੋ? 6-7 ਨਾਲ ਕਰ ਰਹੇ ਹਾਂ। 6-7 ਦੇ ਨਾਲ। ਉਹ 6-7 ਜਿਹੜੇ ਨੇ ਇੱਕੋ ਹੀ ਪਲੇਟਫਾਰਮ ਤੋਂ ਚਲਾ ਰਹੇ ਨੇ ਕਿ ਅਲੱਗ-ਅਲੱਗ ਤੋਂ ਉਹਨਾਂ ਦਾ ਸਿਸਟਮ ਹੈ? ਅਲੱਗ-ਅਲੱਗ ਹੀ ਨੇ, ਅਲੱਗ-ਅਲੱਗ ਸਿਸਟਮ ਸਾਰੇ ਅਲੱਗ ਨੇ। ਉਹਨਾਂ ਨੂੰ ਤੁਹਾਡੇ ਕਿਸੇ ਨਾਲ ਕੰਮ ਕਰਨ ਤੇ ਕੋਈ ਇਤਰਾਜ਼ ਨਹੀਂ? ਕੋਈ ਇਤਰਾਜ਼ ਨਹੀਂ। ਉਹ ਕਹਿੰਦੇ ਨੇ ਸਾਡੀ ਵੀਡੀਓ ਸਾਨੂੰ ਦੇਵੋ, ਸਾਡੇ ਕੋਲ ਪੈਸੇ ਲਵੋ, ਤੁਸੀਂ ਜਿੱਥੇ ਮਰਜ਼ੀ ਕੰਮ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਗਰ ਤੁਹਾਡੇ ਉਹ ਪਲੇਟਫਾਰਮ ਨੂੰ ਤੁਹਾਡੇ ਕਿਸੇ ਜਗ੍ਹਾ ਤੇ ਕੰਮ ਕਰਨ ਦਾ ਇਤਰਾਜ਼ ਨਹੀਂ ਆ, ਤਾਂ ਜਿਸ ਪਲੇਟਫਾਰਮ ਤੋਂ ਤੁਸੀਂ ਆਪਣਾ ਆਗਾਜ਼ ਕੀਤਾ, ਟਿਕਟੋਕ, ਲੱਕੀ ਜਾਨੀ ਦੇ ਨਾਲ, ਜਿੱਦੋਂ ਤੁਹਾਨੂੰ ਇੱਕ ਫੇਮ ਮਿਲਿਆ, ਜਿੱਦੇ ਤੁਸੀਂ ਫਕੀਰ ਬਣੇ, ਜਿੱਦੇ ਤੁਸੀਂ ਬਹੁਤ ਜ਼ਿਆਦਾ ਗੈਟਅਪ ਕੀਤੇ। ਯਾਰ ਉਹ ਦਰਅਸਲ ਨਾ ਮੇਰੀ ਗੱਲ ਪਹਿਲੇ ਗੱਲ ਸੁਣ ਲਓ, ਥੋੜੀ ਸਵਾਲ ਸੁਣ ਲਓ, ਤੁਸੀਂ ਉਸ ਤੋਂ ਬਾਅਦ ਤੁਹਾਨੂੰ ਭਰ ਲੈਣਾ ਭਾਵੇਂ। ਅੱਛਾ ਜੀ। ਮੇਰਾ ਮਕਸਦ ਇਹ ਹੈ ਕਿ ਉਹ ਅਗਰ ਸਾਰਿਆਂ ਨੂੰ ਕੋਈ ਇਤਰਾਜ਼ ਨਹੀਂ ਆ ਕਿ ਤੁਸੀਂ ਜਿੱਥੇ ਮਰਜ਼ੀ ਕੰਮ ਕਰੋ, ਉਹ ਤੁਸੀਂ ਉਸ ਚੈਨਲ ਦੇ ਜਿਹੜੇ
ਤੁਹਾਡੇ ਦੇਖਣ ਵਾਲੇ ਨੇ, ਤੁਹਾਡੇ ਵਿਊਵਰਸ ਨੇ, ਉਹ ਨਾਰਾਜ਼ ਹੋ ਰਹੇ ਨੇ ਕਿ ਜੀ ਬਰ ਸਾਹਿਬ ਨਜ਼ਰ ਨਹੀਂ ਆ ਰਹੇ। ਯਾਰ ਉਹ ਲੱਕੀ ਜਾਨੀ ਭਰਾ ਹੈ ਆਪਣਾ, ਅੱਛਾ ਗੱਲ ਐ ਨਹੀਂ। ਗੱਲ ਇਹ ਤੁਸੀਂ ਕਿਹਾ ਕਿ ਇਸ ਤਰ੍ਹਾਂ ਨਾਲ ਚੁੱਲ੍ਹਾ ਨਹੀਂ ਬਲਦਾ ਘਰ ਦਾ, ਤੁਸੀਂ ਕੀ ਕਿਹਾ? ਇਸ ਤਰ੍ਹਾਂ ਦੇ ਨਾਲ ਚੁੱਲ੍ਹਾ ਨਹੀਂ ਬਲਦਾ। ਸ਼ਾਹਪੁਰ ਕਾਂਜਰਾ ਤੋਂ ਤੁਸੀਂ ਮੇਰੀ ਗੱਲ ਪੜ੍ਹ ਰਹੀ ਸੀ। ਮੈਂ ਤੁਹਾਡੀ ਗੱਲ ਪੜਾਂਗਾ ਨਾ, ਤੁਸੀਂ ਮੇਰੀ ਗੱਲ ਪੜ੍ਹੀ, ਮੈਂ ਤੁਹਾਡੀ ਗੱਲ ਪੜ੍ਹਨੀ ਹੈ। ਅੱਛਾ ਗੱਲ ਇਹ ਕਿ ਘਰ ਦਾ ਚੁੱਲ੍ਹਾ ਚੱਲਦਾ ਵੇ ਪੈਸਿਆਂ ਦੇ ਨਾਲ, ਪੈਸੇ ਦੇ ਨਾਲ ਚੱਲਦਾ। ਤੇ ਪੈਸਿਆਂ ਦੇ ਨਾਲ ਹਰ ਬੰਦੇ ਨੂੰ ਅੱਜ ਜ਼ਰੂਰਤ ਹੈ। ਯਾਰ ਉਹ ਮੇਰੀ ਗੱਲ ਸੁਣੋ ਨਾ, ਓਏ ਅਗਰ ਉਹਨੂੰ ਜਿੰਨੇ ਕੁ ਪੈਸੇ ਆ ਰਹੇ ਨੇ, ਕਿਹਨੂੰ? ਅਗਰ ਲੱਕੀ ਨੂੰ ਜਿੰਨੇ ਪੈਸੇ ਆ ਰਹੇ ਸਨ ਜਾਂ ਤੁਹਾਨੂੰ ਕਾਫੀ ਜ਼ਿਆਦਾ ਪੈਸੇ ਕਮਾਏ ਨੇ, ਉਹਦੇ 'ਚ ਤੁਹਾਡਾ ਪਰਸੈਂਟੇਜ ਪਰਸੈਂਟੇਜ ਡਿਸਾਈਡ ਸੀ। ਸਰ ਉਹ ਲੱਕੀ ਜਾਨੀ ਨੇ ਨਾ ਮੈਨੂੰ ਕੀਤਾ ਯੂਜ਼। ਅੱਛਾ ਉਹਨੇ ਕੀਤਾ ਮੈਨੂੰ ਯੂਜ਼ ਇਸ ਗੱਲੋਂ ਕਿਉਂਕਿ ਜਦੋਂ ਮੈਨੂੰ ਪੈਸੇ ਆਣੇ ਸ਼ੁਰੂ, ਮਸਲ ਜਦੋਂ ਪੈਸੇ ਆਏ ਨੇ ਨਾ, ਅੱਛਾ ਲਾਲਚ ਆ ਜਾਂਦੀ ਇਨਸਾਨ ਦੇ ਵਿੱਚ। ਲਾਲਚ ਆ ਗਈ। ਉਹ ਫਿਰ ਲੱਕੀ ਜਾਨੀ ਨੇ ਮੈਨੂੰ ਦੱਸਿਆ ਯਾਰ ਮੈਨੂੰ ਇੰਨੇ ਪੈਸੇ ਆ ਰਹੇ ਨੇ, ਤੇ ਮੈਂ ਕਿਹਾ ਯਾਰ ਇੰਨੀ ਵੱਡੀ ਮੇਰੇ ਇਹਨਾਂ ਨੇ ਵਿਊਜ਼ ਆ ਰਹੇ ਨੇ, ਕਰੋੜ ਕੀ 2-2 ਕਰੋੜ ਵਿਊਜ਼ ਆ ਰਹੇ ਨੇ ਤੁਹਾਡੇ YouTube ਤੇ ਵੀ, TikTok ਤੇ ਵੀ, Facebook ਤੇ ਵੀ। ਤੇ ਗੱਲ ਇਹ ਹੈ ਕਿ ਇਹ ਨਹੀਂ ਕਿ ਉਹ ਚੜ ਨੂੰ ਮੈਂ ਕਹਾਂਗਾ ਕਿ ਉਹ ਬੇਈਮਾਨ ਹੋ ਗਿਆ, ਨਹੀਂ ਬੇਈਮਾਨ ਨਹੀਂ, ਮੈਂ ਆਪ ਹੀ ਪਿੱਛੇ ਹਟ ਗਿਆ ਕਿਉਂਕਿ ਮੇਰੀ WhatsApp में ਰਿਕੁਆਇਰਡ ਸੀ ਜ਼ਿਆਦਾ। ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਹੈ ਨਾ, ਇੱਕ ਐਸਾ ਪਲੇਟਫਾਰਮ ਹੈ ਕਿ ਇਹਦੇ 'ਚ ਜਿਹੜੀ ਨਾ ਰੰਗੀਨੀਆਂ ਬਹੁਤ ਜ਼ਿਆਦਾ ਨੇ, ਠੀਕ ਹੈ, ਲੇਕਿਨ ਮੁਸ਼ਕਿਲਾਤ ਵੀ ਬਹੁਤ ਜ਼ਿਆਦਾ ਨੇ। ਸਰ ਤੁਸੀਂ ਪਹਿਲੇ ਮੈਨੂੰ ਇਹ ਗੱਲ ਦਾ ਜਵਾਬ ਦਿਓ। ਮੈਂ ਤੁਹਾਨੂੰ ਕੀ ਦੱਸਣਾ ਪਿੱਛੇ ਕੀ ਉੱਠਿਆ ਪਹਿਲਾਂ ਮੈਂ ਉਹਦਾ ਜਵਾਬ ਤੁਹਾਡੇ ਕੋਲ ਨਾਲ ਲੈਂਦੇ ਜਾਂਦੇ। ਮੈਂ ਤੁਹਾਨੂੰ ਥੋੜਾ ਜਿਹਾ ਕਲੈਰੀਫਾਈ ਵੀ ਕਰ ਦੇਣਾ। ਲੱਕੀ ਜਾਨੀ ਦਾ ਇੱਕ ਮਸਲਾ ਬਣ ਗਿਆ, ਕੀ ਬੋਲਾ, ਇੰਨੇ ਜ਼ਿਆਦਾ ਵਿਊਜ਼ ਦੇ ਬਾਵਜੂਦ ਉਹਦਾ ਚੈਨਲ ਕਿਸੇ ਨੇ ਹੈਕ ਕੀਤਾ, ਠੀਕ ਹੈ, ਔਰ ਉਹਨੂੰ ਰੈੱਡ ਫਲੈਗ ਮੜਵਾਤੇ, ਔਰ ਰੈੱਡ ਫਲੈਗ ਵੱਜਣ ਦੀ ਵਜ੍ਹਾ ਨਾਲ ਉਹਦਾ ਚੈਨਲ ਜਿਹੜਾ ਮੋਨੇਟਾਈਜ਼ ਨਹੀਂ ਹੋ ਰਿਹਾ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਇੱਕ ਸਾਲ 'ਚ ਉਹਨੂੰ 17 ਲੱਖ ਰੁਪਇਆ ਆਇਆ। ਤੁਹਾਨੂੰ ਮਿਰਜ਼ਾ ਸਾਹਿਬ ਤੁਸੀਂ ਕਿੱਥੇ ਬੈਠੇ ਹੋ? ਲੱਕੀ ਜਾਨੀ ਨੂੰ 17 ਲੱਖ ਰੁਪਇਆ ਆਇਆ ਇੱਕ ਸਾਲ ਦੇ ਵਿੱਚ। ਯਾਰ ਤੇ ਤੁਹਾਨੂੰ ਮੈਨੂੰ ਕਿੰਨੇ ਦੇ ਜਾਣਾ ਚਾਹੀਦਾ, ਮੈਨੂੰ ਕਿੰਨੇ ਦੇ ਰਿਹਾ? 1.25 ਲੱਖ ਰੁਪਇਆ। ਮੈਂ ਤੁਹਾਨੂੰ ਕਹਿ ਰਿਹਾ, ਇਹ ਤੇ ਤੁਹਾਨੂੰ ਹਫਤੇ ਜਾਣਾ ਚਾਹੀਦਾ 17-18 ਲੱਖ ਰੁਪਇਆ। ਤੁਹਾਨੂੰ ਸਾਲ 'ਚ ਆਇਆ ਤੇ ਮੈਨੂੰ 1.25 ਲੱਖ ਰੁਪਇਆ ਦੇ ਰਿਹਾ, ਮੈਂ ਕੀ ਕਰਦਾ? ਕਿ ਅਗਰ ਉਹਨਾਂ ਇਤਨੇ ਪੈਸੇ ਨਾ ਆਏ ਹੋਣ, ਤੁਹਾਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੋਵੇ। ਨਹੀਂ, ਮੇਰੇ ਕੋਲ ਪੱਕੀ ਇਨਫੋਰਮੇਸ਼ਨ ਹੈ ਕਿ 17 ਲੱਖ ਰੁਪਇਆ। ਅਗਰ ਗਲਤ ਇਨਫੋਰਮੇਸ਼ਨ ਹੋਵੇ ਤੇ ਚਲੋ ਤੁਸੀਂ ਪਤਾ ਕਰ ਸਕਦੇ ਹੋ। ਜੇ ਅਗਰ ਗਲਤ ਇਨਫੋਰਮੇਸ਼ਨ ਹੋਵੇ ਤੇ ਫਿਰ ਤੁਹਾਡਾ ਪੈਚਅਪ ਹੋ ਸਕਦਾ ਦੁਬਾਰਾ। ਹਾਂਜੀ ਤੁਸੀਂ ਪਤਾ ਕਰ ਲਓ, ਲੇਕਿਨ ਮੈਂ ਕਨਫਰਮ ਆ। ਅੱਛਾ ਮੈਨੂੰ ਦੱਸੋ, ਤੁਹਾਡਾ ਜਿਹੜਾ ਸਭ ਤੋਂ ਜ਼ਿਆਦਾ ਵੀਡੀਓ ਵਾਇਰਲ ਹੋਇਆ ਹੈ ਸ਼ਾਹਪੁਰ ਕਾਂਜਰਾ ਤੋਂ, ਕਿੰਨੇ ਵਿਊਜ਼ ਆਏ? ਸਰ ਜੀ ਇੱਕ ਗਈ ਜੀ ਮੇਰੀ, ਮੇਰੇ ਖਿਆਲ ਦੇ ਨਾਲ ਕੋਈ 1.25 ਕਰੋੜ ਵਿਊਜ਼। ਅੱਛਾ ਫਿਰ ਇੱਕ ਗਈ ਹੈ 50 ਲੱਖ। ਉਸ ਤੋਂ ਬਾਅਦ ਫਿਰ ਮੇਰੀਆਂ ਕਿੰਨੀਆਂ ਹੀ ਵੀਡੀਓ ਨੇ ਜਿਹੜੀਆਂ ਮਾਸ਼ਾਅੱਲਾ ਥੱਲੇ ਜਬ ਮਾਰ ਕੇ 1M 2M 3M ਕਿੰਨੀਆਂ ਨੇ। ਐਮ ਤੋਂ ਥੱਲੇ ਤੇ ਤੁਸੀਂ, ਤੁਹਾਡੀ ਗੱਲ ਹੀ ਨਹੀਂ ਨਾ, ਅੱਲਾਹ ਪਾਕ ਦਾ ਕਰਮ ਹੈ। ਮੇਰੇ ਅੱਲਾ ਦਾ ਕਰਮ ਹੈ ਮੇਰਾ। ਤੁਸੀਂ ਮੈਂ ਨਹੀਂ ਜਾਂਦਾ। ਤੁਸੀਂ ਜਿਸ ਤਰੀਕੇ ਨਾਲ ਤੁਸੀਂ ਤੁਹਾਡਾ ਵੀਡੀਓ ਆਨ ਹੁੰਦਾ ਤੇ ਉਹ ਇਹ ਗਿਆ, ਉਹ ਅੱਲਾ ਦਾ ਕਰਮ ਹੈ, ਅੱਲਾਹ ਦਾ ਕਰਮ ਹੈ। ਔਰ ਤੁਸੀਂ ਆਪਣਾ ਜ਼ਾਤੀ ਚੈਨਲ ਕੋਈ ਨਹੀਂ ਹਾਲੇ ਤੱਕ ਬਣਾਇਆ? ਸਰ ਜ਼ਾਤੀ ਮੇਰੇ ਕੋਲ ਟਾਈਮ ਹੀ ਨਹੀਂ ਆ। ਅੱਛਾ ਮੇਰੇ ਕੋਲ ਟਾਈਮ ਨਹੀਂ ਦੇ ਸਕਦਾ, ਭਲਾ ਕਿੱਥੇ ਖੜਿਆ ਮੈਂ ਕਿੱਥੋਂ ਮਾਰ ਖਾ ਰਿਹਾ। ਮੈਨੂੰ ਐਡੀਟਿੰਗ ਨਹੀਂ ਆਉਂਦੀ। ਐਡੀਟਿੰਗ ਹਾਲਾਂਕਿ ਮੈਂ 2 ਆਈਫੋਨ ਲਿੱਤੇ ਨੇ। ਅੱਛਾ ਲੈ ਲਿੱਤੇ ਨੇ। ਮੈਨੂੰ ਤਨਖਾਹ ਦਿਓ ਤੇ ਰੱਖ ਲਓ ਨਾਲ ਆਪਣੇ ਤੇ, ਮੈਂ ਐਡੀਟਿੰਗ ਕਰ ਦੇਗਾ। ਉਹ ਸਰ ਫਿਰ ਤੁਸੀਂ ਵੀ ਲੱਕੀ ਜਾਨੀ ਬਣ ਜਾਓਗੇ ਜੇ ਮੈਂ ਤੁਹਾਨੂੰ ਨਾਲ ਰੱਖਦਾ। ਫਿਰ ਤੁਸੀਂ ਵੀ ਕਹਿਣਾ ਉਹ ਭਾਜੀ ਤੁਹਾਨੂੰ ਲੱਖ ਰੁਪਏ ਆ ਰਹੇ ਨੇ, ਤੁਸੀਂ ਮੈਨੂੰ 1000 ਰੁਪਏ ਦੇ ਰਹੇ ਹੋ। अच्छा फिर तुसी भी इंज करोगे। अच्छा बर साहब, आपने ना मुझे हफ्ते में एक आधी दफ़ा टाइम देते रहना है। हमने आपके मैं साथ पैसे लेता हूँ सर पैसे ਅਸੀਂ ਤੁਹਾਨੂੰ ਦੇਵਾਂਗੇ ਹਾਂਜੀ ਠੀਕ ਹੈ। ਜਦੋਂ ਸਾਡੇ ਕੋਲ ਹੋਣਗੇ। ਇੰਨੇ ਵੱਡੇ ਤੁਸੀਂ ਯੂਟਿਊਬਰ ਹੋ ਤੇ ਪੈਸੇ ਦੇਣ ਲੱਗੇ, ਤੁਸੀਂ ਦੇਖ ਲਓ ਨਾ। ਨਹੀਂ ਦੇਵਾਂਗੇ। ਚਲੋ ਅਸੀਂ ਹਰ ਬੰਦੇ ਨੂੰ ਕਹਿੰਦੇ ਆ ਕਿ ਭਾਈ ਜਿੰਨੇ ਪੈਸੇ ਚਾਹੀਦੇ ਨੇ ਨਾ ਤੈਨੂੰ, ਜਿੰਨੇ ਪੈਸੇ ਤੂੰ ਡਿਮਾਂਡ ਕਰਨਾ ਤੈਨੂੰ ਮਿਲਣਗੇ। ਸਰ ਮੈਂ ਮਜ਼ਾਕ ਕਰ ਰਿਹਾ, ਮੈਂ ਕਰਾਂਗਾ ਵੀਡੀਓ, ਮੈਂ ਤੇ ਮੈਂ ਸ਼ੁਗਲ ਬਿਲਾ ਕਰਨ ਡਿਆ ਨਹੀਂ ਪੈਸੇ ਤੁਸੀਂ ਪੈਸੇ ਨਹੀਂ, ਮੈਂ ਤੁਹਾਨੂੰ ਪਿਆਨਾ ਦੇਗਾ ਤੇ ਰੱਖ ਲਾਂਗੇ ਪੈਸੇ। ਉਹ ਤੁਸੀਂ ਪਿਆਨਾ ਦੇਣਾ ਨਹੀਂ ਅਸੀਂ ਕਹਿੰਦੇ ਆ ਕਿ ਅਸੀਂ ਪੈਸੇ ਦੇਵਾਂਗੇ पर चलो साढ़े को ठीक है। तो दोस्तों नया नाम रखा बरसा मैंने लाहौर वाला, माशाल्लाह। तो अपने जो आपके देखने वाले उनको बताएं, जो भी मेरे चैनल को देख लो, दस्तक टीवी, ठीक है, जो देखने वाले हैं वो व्यूअर्स को मैं एक बार ये कहूँगा कि अभी इनको नया चैनल आया इनका लाहौर वाला, पहले मैं इनके साथ काम करता रहा हूँ, मेरी मिलियंस के ऊपर व्यूज़ हैं इनकी वीडियो के ऊपर। आप लाहौर वाला देखें, और लाहौर वाले के साथ अब मैं भी काम करने लगा हूँ, इंशाल्लाह आपको बड़ा मज़ा आएगा, हमारे कंटेंट आपको बड़े अच्छे लगेंगे। जैसे मैं रोज़ नए कंटेंट निकालता हूँ तो इंशाल्लाह इनके साथ भी नए क्रिएट करूँगा कंटेंट, आप देखिएगा। अच्छा बर साहब, एक और आप इसको ना, इस जो पॉडकास्ट का इस व्लॉग को, इस इंटरव्यू को हम यहाँ पे एंड करते हैं। एक आपको मैं बड़ा अहम सवाल बताने लगा हूँ। आपने टिकटॉक पे बगैर किसी मेकअप आर्टिस्ट के, बगैर किसी गेटअप आर्टिस्ट के, आपने इतने ज़बरदस्त गेटअप किए, हाँ जी, बगैर किसी डायरेक्टर के, बगैर किसी डीओपी के, बगैर कोई टीम के, आपने इतने ज़बरदस्त कंटेंट बनाए, ठीक है, और वो मिलियन में गए हैं। हाँ जी, काफ़ी
ठीक है। अब फिल्म सिटी बन रही है, पाकिस्तान में फिल्में शुरू हो रही हैं। अगर आपको किसी फिल्म की ऑफर हो एज अ विलन, एज अ कॉमेडी आर्टिस्ट, अच्छा, एज अ हीरो, आसानी होने में कभी भी नहीं करूँगा काम। अगर आपको मौका मिले नहीं। एक दफ़ा मीरा के साथ काम करने का, है जी मीरा के साथ मीरा आंटी जे मैं जो छोटा था जो मैं मीरा होना आंटी आंटी कहना हूँ भी मेरे लिए नहीं, बेचारी अगर आंटी आपको ने मौका मिले साइमा जी के साथ काम करने का। ਉਹ ਵੀ ਆਂਟੀ ਨੇ ਵਿਚਾਰੇ ਸਾਰੀਆਂ 50 ਦੇ ਉੱਤੇ ਉੱਤੇ ਤੁਸੀਂ ਮੇਰੀ ਹਾਲੀ 40 ਏਜ ਹੈ अच्छा, रेशम के साथ ਉਹ ਵੀ काम 50 ਦੇ ਉੱਤੇ ਨੇ ਉਹਨੇ ਜਦੋਂ ਫਿਲਮ ਆਈ ਸੀ ਸੰਗਮ ਮੈਂ ਬੱਚਾ ਸਾਂ और ये फिल्म सिटी बननी चाहिए कि नहीं बननी चाहिए? यार हमारी फिल्में उसमें कोई जान नहीं होती। ਮੇਰੇ ਖਿਆਲ ਸੇ ਤੇ ਇਹ ਜਿਹੜੇ ਸਾਡੇ ਆਰਟਿਸਟ ਨੇ ਨਾ ਉਹ ਇਹੋ ਹੀ ਸੋਚ ਕੇ ਜਵਾਨ ਹੁੰਦੇ ਨੇ ਕਿ ਮੈਂ ਵੱਡਾ ਹੋ ਕੇ ਨਾ ਸ਼ਾਹਰੁਖ ਖਾਨ ਬਣਨਾ ਹੈ, ਮੈਂ ਵੱਡਾ ਹੋ ਕੇ ਅਕਸ਼ੇ ਕੁਮਾਰ। ਕੀ ਹਾਲ ਹੈ ਯਾਰ ਉਹਨਾਂ ਨੇ ਆਪਣੀ acting- ਉਹਨਾਂ ਨੇ ਆਪਣੀ- ਆਪਣੇ ਅੰਦਰ ਕੋਈ ਹੀਰੋ ਨਹੀਂ ਕੱਢਦੇ, ਨਹੀਂ ਕੱਢਦੇ। ਉਹਨਾਂ ਨੂੰ ਲੱਗਦਾ ਉਹ ਹੀ ਹੀਰੋ ਨੇ। ਹਾਂਜੀ ਹਾਂਜੀ ਠੀਕ ਹੈ। ਔਰ ਇੰਨੀ ਕਿ ਬੁਰੀ ਫਿਲਮ ਬਣਾਉਂਦੇ ਨੇ, ਇੰਨੀ ਕਿ ਬੁਰੀ ਫਿਲਮ ਬਣਾਉਂਦੇ ਨੇ, ਇਹਨਾਂ ਕੋਲ ਉੱਥੋਂ ਪੈਸੇ ਲੈਣਾ ਚਾਹੀਦੇ ਨੇ ਗੌਰਮੈਂਟ ਨੂੰ। ਯਕੀਨ ਮੰਨੋ ਸੰਗਮ ਫਿਲਮ ਨੂੰ ਕਿੰਨੇ ਸਾਲ ਹੋ ਗਏ ਨੇ? ਹੈ ਸੰਗਮ ਜਾਂ ਚੂੜੀਆਂ ਨੂੰ ਸੰਗਮ ਨੂੰ ਮੇਰੇ ਖਿਆਲ ਨਾਲ ਸੰਗਮ ਨੂੰ ਹੋ ਗਏ ਨੇ 25 ਸਾਲ ਹੋ ਗਏ ਨੇ, 25 ਸਾਲ। ਉਹ ਫਿਲਮ ਦੇਖੀ ਜੀ, ਉਸ ਤੋਂ ਬਾਅਦ ਦੇਖੀ ਨਹੀਂ ਜੀ। ਉਹ ਫਿਲਮ ਅੱਛੀ ਸੀ, ਸੰਗਮ ਚੂੜੀਆਂ ਬਿਹਤਰ ਸੀ, ਇਹਨਾਂ ਤੋਂ ਬਾਅਦ ਦੇਖੀ ਨਹੀਂ ਕੋਈ ਫਿਲਮ। ਲੇਕਿਨ ਮੈਂ ਤੁਹਾਨੂੰ ਦੱਸਦਾ, ਅਗਰ ਫਿਲਮ ਸਿਟੀ ਬਣਾਉਣਾ ਚਾਹੁੰਦੇ ਨੇ ਤੇ ਇਹਨਾਂ ਨੂੰ ਚਾਹੀਦਾ ਸ਼ੁਐਬ ਮਨਸੂਰ। ਉਹ ਕੌਣ ਹੈ? ਸ਼ੁਐਬ ਮਨਸੂਰ ਜਿਹਨੇ ਖੁਦਾ ਕੇ ਲਈ ਬਣਾਈ, ਅੱਛਾ ਅੱਛਾ ਜਿਹਦੀ ਬੋਲ ਫਿਲਮ ਹੀ ਹੈ। ਮੈਂ ਫਿਲਮਾਂ ਦੇਖਦੇ ਹੀ ਨਹੀਂ ਆ ਭਾਂ। ਤੁਹਾਨੂੰ ਲੱਗੇਗਾ ਕਿ ਤੁਸੀਂ ਵਾਕਈ ਫਿਲਮ ਦੇਖ ਰਹੇ ਹੋ। ਠੀਕ ਹੈ। ਉਸ ਤੋਂ ਬਾਅਦ ਫਿਰ ਆਪਣੇ ਨਦੀਮ ਬੇਗ ਸਾਹਿਬ ਨੇ ਜਿਹਨੇ ਮੈਂ ਨੰਦਰ ਨਹੀਂ ਜਾਊਂਗੀ ਬਣਾਈ। ਅੱਛੇ ਜਿਹੜੇ ਡਾਇਰੈਕਟਰ ਨੇ ਨਾ, ਠੀਕ ਹੈ, ਉਹਨਾਂ ਨੂੰ ਨਾਲ ਲੈਣ। ਠੀਕ ਹੈ। ਔਰ ਜਿਨ੍ਹਾਂ ਨੇ ਤੁਹਾਡਾ ਫਿਲਮ ਇੰਡਸਟਰੀ ਦਾ ਬੇੜਾ ਗਰਕ ਕੀਤਾ ਨਾ, ਉਹਨਾਂ ਕੋਲ ਹੱਥ ਜੋੜ ਲੈਣ। ਲੇਕਿਨ ਮੈਂ ਦੇਖਣਾ ਮੈਂ ਜਿਨ੍ਹਾਂ ਨੇ ਬੇੜਾ ਗਰਕ ਕੀਤਾ ਉਹ ਸਭ ਤੋਂ ਅੱਗੇ ਨੇ। ਜਿਹੜੇ ਮੇਰੇ ਚੈਨਲ ਤੇ ਮੇਰੀ ਵੀਡੀਓ ਦੇਖਦੇ ਪਏ ਨੇ ਉਹਨਾਂ ਨੂੰ ਇੱਕ ਰਿਕੁਐਸਟ ਹੈ कि लाहौर वाला ये मिर्ज़ा काशिफ भाई मेरे छोटे भाई हैं, बड़ा प्यार करते हैं, बड़ा मेरा फैमिली टर्न्स है इनके साथ। आपकी मेहरबानी है, मैं भी इनके साथ आगे इंशाल्लाह फेस टू फेस आऊँगा इनकी वीडियो में भी। तो आपने इनको लाइक करना है, शेयर करना है, कमेंट करना है, जैसे मैं कहता होता हूँ, जैसे मैं हर डील में कहता हूँ। अगर आप ये काम करेंगे तो इंशाल्लाह मुझे बड़ी खुशी होगी। और इंशाल्लाह मैं आपको नई वीडियो जो है मिर्ज़ा साहब के अकाउंट पर दूँगा, फ्री ऑफ कॉस्ट, इनसे कोई पैसे नहीं लूँगा। रेंज भट्ट साहब, अल्लाह।